जिस तरह कि ਅਸੀਂ ਇੱਕ ਲਕਸ਼ ਲੈ ਕੇ ਚੱਲੇ ਸੀ ਕਿ ਅਸੀਂ ਤੁਹਾਨੂੰ ਗੁਰਦਾਸਪੁਰ ਪਠਾਨਕੋਟ ਜ਼ਿਲ੍ਹਿਆਂ ਦੇ ਜਿੰਨੇ ਵੀ ਧਾਰਮਿਕ ਸਥਾਨ ਆ ਜੀ ਉਹਨਾਂ ਦੇ ਦਰਸ਼ਨ ਕਰਾਵਾਂਗੇ। ਸੋ ਇਸੇ ਮੁਹਿੰਮ ਤਹਿਤ ਅਸੀਂ ਅੱਜ ਤੁਹਾਨੂੰ ਲੈ ਕੇ ਆਏ ਹਾਂ ਜੀ ਦੀਨਾਨਗਰ ਦੇ ਪਿੰਡ ਝੜੋਲੀ ਪਿੰਡ ਵਿੱਚ ਇੱਕ ਧਾਰਮਿਕ ਸਥਾਨ ਵਾ ਜੀ ਜਿਹਦੇ ਤੁਹਾਨੂੰ ਦਰਸ਼ਨ ਕਰਾਵਾਂਗੇ। ਇਹ ਇਤਿਹਾਸਿਕ ਸਥਾਨ ਵਾ ਜੀ ਔਰ ਇਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ, ਰੂਬਰੂ ਕਰਾਂਗੇ। ਇੱਥੋਂ ਦੇ ਬਾਬਾ ਜੀ ਜਿਹੜੇ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਇਸ ਇਤਿਹਾਸ ਬਾਰੇ ਜ਼ਿਆਦਾ ਜਾਣਕਾਰੀ ਲਵਾਂਗੇ। ਸੋ ਮੈਂ ਇੱਕ ਤੁਹਾਨੂੰ ਸ਼ਾਰਟਲੀ ਦੱਸ ਦੇਣਾ ਵਾ, ਰਸਤਾ ਦੱਸ ਦੇਣਾ ਜੀ। ਇਹ ਰਸਤਾ ਜਿਹੜਾ ਵਾ ਇਹ ਦੀਨਾਨਗਰ ਤੋਂ ਝੜੋਲੀ ਪਿੰਡ ਜਿਹੜਾ ਵਾ ਜੀ ਲਗਭਗ ਜਿਹੜਾ 13 ਕਿਲੋਮੀਟਰ 12 ਤੋਂ 13 ਕਿਲੋਮੀਟਰ ਦੀ ਦੂਰੀ ਹੈ ਜੀ। ਤੁਸੀਂ ਜਾਣਾ ਹੋਏ ਤਾਂ ਦੀਨਾਨਗਰ ਤੋਂ 12 ਤੋਂ 13 ਕਿਲੋਮੀਟਰ ਦੂਰੀ ਹੈ, ਤੈਅ ਕਰਕੇ ਤੁਸੀਂ ਇੱਥੇ ਦਰਬਾਰ 'ਚ ਆ ਸਕਦੇ ਹੋ। ਇਸ ਦਰਬਾਰ ਬਾਰੇ ਜ਼ਿਆਦਾ ਜਾਣਕਾਰੀ ਜਿਹੜੀ ਬਾਬਾ ਜੀ ਕੋਲ ਲਵਾਂਗੇ। ਇੱਕ ਸ਼ਾਰਟਲੀ ਮੈਂ ਤੁਹਾਨੂੰ ਦੱਸ ਦੇਣਾ ਵੀ ਇੱਥੇ ਇੱਕ ਜੰਗਲ ਹੈ ਜੀ, ਵਿਸ਼ਾਲ ਜੰਗਲ ਵਾ ਜਿਹੜਾ ਮੇਨ ਜਿਹਦਾ ਮਹੱਤਵ ਆ, ਜਿਹਦਾ ਇਤਿਹਾਸ ਆ। ਇਸ ਜੰਗਲ 'ਚ ਵੀ ਤੁਹਾਨੂੰ ਲੈ ਕੇ ਜਾਵਾਂਗਾ ਮੈਂ ਔਰ ਇਸ ਜੰਗਲ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਚਾਨਣਾ ਪਾਵਾਂਗਾ। ਇਸ ਜੰਗਲ ਦੀ ਇੱਕ ਗੱਲ ਵੱਡੀ ਜਿਹੜੀ ਹੈ ਜੀ, ਇਸ ਜੰਗਲ ਦੀ ਲੱਕੜੀ ਜਿਹੜੀ ਤੁਸੀਂ ਕੱਟ ਕੇ ਆਪਣੇ ਘਰ ਨਹੀਂ ਖੜ ਸਕਦੇ। ਜੇਕਰ ਕੋਈ ਇਹਦੀ ਲੱਕੜੀ ਕੱਟ ਕੇ ਘਰ ਖੜਦਾ ਵਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਵਾ ਜੀ। ਇਹਦੇ ਬਾਰੇ ਵੀ ਬਾਬਾ ਜੀ ਤੋਂ ਜਾਣਾਂਗੇ ਕਿਉਂਕਿ ਜ਼ਿਆਦਾ ਜਾਣਕਾਰੀ ਸਾਨੂੰ ਇੱਥੋਂ ਦੇ ਮਹੰਤ, ਇੱਥੋਂ ਦੇ ਜਿਹੜੇ ਮਹਾਂਪੁਰਸ਼ ਨੇ ਉਹੀ ਦੱਸ ਸਕਦੇ ਨੇ। ਸੋ ਅਸੀਂ ਬਾਬਾ ਬਨਖੰਡੀ ਨਾਥ ਧਾਮ ਪਹੁੰਚ ਚੁੱਕੇ ਹਾਂ ਜੀ। ਉਹ ਤੁਹਾਨੂੰ ਅਸੀਂ ਕਹਿ ਰਹੇ ਸੀ ਤੁਹਾਨੂੰ ਜੰਗਲ ਦੀ ਜਿਹੜੀ ਕਹਾਣੀ ਉਹ ਦਿਖਾਵਾਂਗੇ। ਸੋ ਅਸੀਂ ਜੰਗਲ ਦੇ ਵਿੱਚ ਆ ਰਹੇ ਹਾਂ ਔਰ ਇਸ ਘਣੇ ਜੰਗਲ ਦੀ ਜਿਹੜੀ ਕਹਾਣੀ ਆ ਉਹ ਤੁਹਾਨੂੰ ਦਿਖਾਵਾਂਗੇ, ਰੂਬਰੂ ਕਰਾਵਾਂਗੇ ਤੁਹਾਨੂੰ। ਇਹ ਜੰਗਲ ਜਿਹੜਾ ਬਹੁਤ ਜ਼ਿਆਦਾ ਘਣਾ ਜੰਗਲ ਹੈ ਜੀ ਔਰ ਇੱਥੋਂ ਲੰਘਣਾ ਜਿਹੜਾ ਬੜਾ ਔਖਾ ਵਾ ਜੀ। ਇਹ ਇੱਕ ਰਸਤਾ ਵਾ, ਇੱਕ ਮਾਤਰ ਰਸਤਾ ਵਾ ਜਿਹੜਾ ਅੱਗੇ ਜਾ ਕੇ ਵੀ ਬੰਦ ਹੋ ਜਾਂਦਾ ਵਾ। ਉਸ ਤੋਂ ਬਾਅਦ ਜੰਗਲ 'ਚੋਂ ਲੰਘਣਾ ਜਿਹੜਾ ਬੜਾ ਔਖਾ ਵਾ ਜੀ। ਸੋ ਇਸ ਜੰਗਲ ਦੀ ਕਹਾਣੀ ਤੁਹਾਡੇ ਅਸੀਂ ਰੂਬਰੂ ਕਰ ਰਹੇ ਹਾਂ। ਇਸ ਜੰਗਲ 'ਚ ਤੁਹਾਨੂੰ ਲੈ ਕੇ ਆਏ ਹਾਂ ਔਰ ਇੱਥੋਂ ਜੰਗਲ ਦਾ ਜਿਹੜਾ ਮਹੱਤਵ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਇਸ ਜੰਗਲ ਦੀ ਕਹਾਣੀ ਜਿਹੜੀ ਆ ਬਹੁਤ ਡੂੰਘਾਈ ਵਾਲੀ ਹੈ ਜੀ, ਬਹੁਤ ਜ਼ਿਆਦਾ ਡੂੰਘਾਈ ਵਾਲੀ ਕਹਾਣੀ ਆ। ਇਸ ਜੰਗਲ ਦੀ ਲੱਕੜੀ ਜਿਹੜੀ ਆ ਉਹ ਕੋਈ ਕੱਟ ਕੇ ਆਪਣੇ ਘਰ ਨਹੀਂ ਖੜ ਸਕਦਾ। ਔਰ ਕਿਉਂ ਨਹੀਂ ਖੜ ਸਕਦਾ ਇਹਦੇ ਤੁਹਾਨੂੰ ਕਾਰਨ ਵੀ ਦੱਸਦੇ ਹਾਂ। ਸੋ ਚੱਲਦੇ ਹਾਂ ਜੰਗਲ ਦੇ ਅੰਦਰ ਔਰ ਇਹਦਾ ਜੋ ਵੀ ਇਤਿਹਾਸ ਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸੋ ਜੰਗਲ ਦੇ ਤੁਹਾਨੂੰ ਰੂਬਰੂ ਕਰ ਰਹੇ ਹਾਂ, ਜੰਗਲ ਦੀ ਕਹਾਣੀ ਦੱਸ ਰਹੇ ਹਾਂ। ਇਸ ਜੰਗਲ ਦਾ ਇਤਿਹਾਸ ਜਿਹੜਾ ਵਾ ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ। ਸੋ ਇੱਥੇ ਖਾਸ ਗੱਲ ਜਿਹੜੀ ਆ, ਇਸ ਜੰਗਲ ਦੀ ਜਿਹੜੀ ਲੱਕੜੀ ਆ ਜੀ, ਇਹ ਜਿਹੜੇ ਬ੍ਰਿਕਸ਼ ਨੇ, ਇਹ ਬ੍ਰਿਕਸ਼ ਜਿਹੜੇ ਆ ਸਾਡੇ ਇੱਧਰ ਇਲਾਕੇ ਨਾਲ ਮੇਲ ਨਹੀਂ ਖਾਂਦੇ ਜੀ। ਇਹ ਬ੍ਰਿਕਸ਼ ਜਿਹੜੇ ਆ ਹਿਮਾਲਿਆ ਨਾਲ ਜਾਂ ਇਹ ਜਿਹੜਾ ਸੁਣ 'ਚ ਆਇਆ ਵਾ ਵੀ ਇਹ ਬ੍ਰਿਕਸ਼ ਜਿਹੜੇ ਆ ਪਾਕਿਸਤਾਨ ਤੋਂ ਜਿਹੜੇ ਆ, ਪਾਕਿਸਤਾਨ ਦੇ ਕਿਸੇ ਸ਼ਹਿਰ ਤੋਂ ਜਿਹੜੇ ਆ ਉੱਡ ਕੇ ਜਿਹੜੇ ਆ ਰਾਤੋਂ ਰਾਤ ਇੱਥੇ ਪਹੁੰਚੇ ਨੇ। ਸੋ ਬਾਬਾ ਜੀ ਦੀ ਸ਼ਕਤੀ ਨਾਲ, ਬਾਬਾ ਜੀ ਨੇ ਆਪਣੀ ਸ਼ਕਤੀ ਨਾਲ ਇਹ ਬ੍ਰਿਕਸ਼ ਜਿਹੜੇ ਆ, ਇਹ ਜੰਗਲ ਜਿਹੜਾ ਇੱਥੇ ਸਥਾਪਿਤ ਕੀਤਾ ਸੀ। ਸੋ ਇਸ ਜੰਗਲ ਦਾ ਇਤਿਹਾਸ ਜਿਹੜਾ ਵਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਇਸ ਜੰਗਲ ਦੀ ਲੱਕੜੀ ਜਿਹੜੀ ਆ ਮੈਂ ਤੁਹਾਨੂੰ ਦੱਸ ਰਿਹਾ ਸੀ ਜਿਸ ਤਰ੍ਹਾਂ ਵੀ ਇਹਦੀ ਲੱਕੜੀ ਜਿਹੜੀ ਆ, ਇਹ ਲੱਕੜੀ ਤੁਸੀਂ ਕੱਟ ਕੇ ਆਪਣੇ ਘਰ ਨਹੀਂ ਖੜ ਸਕਦੇ ਜੀ। ਇਹ ਬੜਾ ਵੱਡਾ ਇੱਥੇ ਇੱਕ ਸਵਾਲ ਆ ਵੀ ਲੱਕੜੀ ਅਸੀਂ ਕੱਟ ਕੇ ਘਰ ਕਿਉਂ ਨਹੀਂ ਖੜ ਸਕਦੇ, ਕੀ ਕਾਰਨ ਉਹਦੇ। ਇਹ ਇੱਕ ਕਾਰਨ ਜਿਹੜਾ ਵਾ ਇਹਦਾ ਬੜਾ ਮਹੱਤਵ ਆ ਜੀ। ਇਸ ਲੱਕੜੀ ਨੂੰ ਤੁਸੀਂ ਕੱਟ ਕੇ ਘਰ ਨਹੀਂ ਖੜ ਸਕਦੇ। ਜੇਕਰ ਇਸ ਜੰਗਲ ਦੀ ਲੱਕੜੀ ਨੂੰ ਕੱਟ ਕੇ ਤੁਸੀਂ ਘਰ ਲੈ ਜਾਂਦੇ ਹੋ, ਜੋ ਇੱਥੋਂ ਦੇ ਲੋਕ ਦੱਸਦੇ ਨੇ, ਇੱਥੋਂ ਦੇ ਬਾਬਾ ਜੀ ਦੱਸਦੇ ਨੇ ਵੀ ਇਸ ਲੱਕੜੀ ਨੂੰ ਜੇਕਰ ਤੁਸੀਂ ਕੱਟ ਕੇ ਆਪਣੇ ਘਰ ਖੜਦੇ ਹੋ ਤਾਂ ਕਿਸੇ ਨਾ ਕਿਸੇ ਘਰ ਵਿੱਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਵਾ। ਉਸ ਘਰ ਵਿੱਚ ਕਿਸੇ ਨਾ ਕਿਸੇ ਇਨਸਾਨ ਦੀ ਕੋਈ ਮੌਤ ਵੀ ਹੋ ਸਕਦੀ ਹੈ। ਜੋ ਇੱਥੋਂ ਦੇ ਲੋਕਾਂ ਦਾ ਕਹਿਣਾ ਵਾ, ਇੱਥੋਂ ਦੇ ਬਾਬਾ ਜੀ ਦਾ ਕਹਿਣਾ ਵਾ, ਇਹ ਲੱਕੜੀ ਜਿਹੜੀ ਆ ਸਿਰਫ ਤਾਂ ਸਿਰਫ ਸੰਸਕਾਰ ਦੇ ਜਾਂ ਬਾਬਾ ਜੀ ਦੇ ਧੂਣੇ 'ਚ ਇਸਤੇਮਾਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਲੱਕੜੀ ਦੀ ਵਰਤੋਂ ਕਿਤੇ ਨਹੀਂ ਹੁੰਦੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੀ ਖਾਸ ਗੱਲ ਇਹ ਹੈ ਵੀ ਇਹ ਬ੍ਰਿਕਸ਼ ਜਿਹੜੇ ਆ, ਇਹ ਦਰਖਤ ਜਿਹੜੇ ਆ ਸਾਡੇ ਇਸ ਇਲਾਕੇ ਨਾਲ ਮੇਲ ਨਹੀਂ ਖਾਂਦੇ। ਔਰ ਇੱਕ ਗੱਲ ਹੋਰ ਇੱਥੇ ਜਿਹੜੀ ਸੁਣ 'ਚ ਆਈ ਹੈ ਜੀ, ਇਸ ਜੰਗਲ ਦੀ ਅੱਜ ਤੱਕ ਕੋਈ ਮਿਣਤੀ ਨਹੀਂ ਕਰ ਪਾਇਆ। ਇਸ ਜੰਗਲ ਦੀ ਕੋਈ ਮਿਣਤੀ ਨਹੀਂ ਕਰ ਪਾਇਆ। ਜੇਕਰ ਇਸ ਦੀ ਜਦੋਂ ਮਿਣਤੀ ਕੀਤੀ ਜਾਂਦੀ ਆ ਤਾਂ ਕਿਸੇ ਸਾਈਡ ਤੋਂ ਵੱਧ ਜਾਂਦਾ ਵਾ ਜਾਂ ਘਟ ਜਾਂਦਾ ਵਾ, ਯਾਨੀ ਕਿ ਪ੍ਰੋਪਰ ਤਰੀਕੇ ਨਾਲ ਮਿਣਤੀ ਨਹੀਂ ਹੁੰਦੀ। ਦੇਖੋ ਬਹੁਤ ਵੱਡੀ ਮਹੱਤਵ ਇਸ ਜੰਗਲ ਦਾ। ਡੂੰਘਾਈ 'ਚ ਜਾਓ ਤਾਂ ਬਹੁਤ ਚੀਜ਼ਾਂ ਇੱਥੇ ਦੇਖਣ ਨੂੰ ਮਿਲਦੀਆਂ ਨੇ। ਔਰ ਇਸ ਬ੍ਰਿਕਸ਼ ਜਿਹੜੇ ਆ, ਇਹ ਵਾਤਾਵਰਨ ਜਿਹੜਾ ਵਾ ਸ਼ੁੱਧ ਵਾਤਾਵਰਨ ਵਾ। ਇੱਥੇ ਆ ਕੇ ਮਨ ਨੂੰ ਅਲੱਗ ਹੀ ਜਿਹੜੀ ਸ਼ਾਂਤੀ ਮਿਲਦੀ ਆ, ਸਕੂਨ ਮਿਲਦਾ ਵਾ। ਔਰ ਅਸੀਂ ਅਪੀਲ ਵੀ ਕਰਾਂਗੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਇਹ ਨੈਚੁਰਲ ਚੀਜ਼ਾਂ ਜਿਹੜੀਆਂ ਵਾ, ਕੁਦਰਤੀ ਚੀਜ਼ਾਂ ਜਿਹੜੀਆਂ ਵਾ, ਇੱਥੇ ਲੈ ਕੇ ਆਪਣੇ ਬੱਚਿਆਂ ਨੂੰ ਜ਼ਰੂਰ ਆਵੋ। ਦੇਖੋ ਅੱਜ ਕੱਲ੍ਹ ਜਿਹੜੇ ਬੱਚੇ ਆ, ਜ਼ਿਆਦਾਤਰ ਬੱਚੇ ਜਿਹੜੇ ਆ ਮੋਬਾਈਲਾਂ 'ਚ ਜਿਹੜੇ ਫਸੇ ਪਏ ਨੇ, ਦਿਨ ਰਾਤ ਜਿਹੜੇ ਮੋਬਾਈਲਾਂ 'ਚ ਲੱਗੇ ਰਹਿੰਦੇ ਨੇ, ਉਹਨਾਂ ਮੋਬਾਈਲਾਂ 'ਚੋਂ ਬੱਚਿਆਂ ਨੂੰ ਕੱਢੋ ਔਰ ਇੱਦਾਂ ਦੀਆਂ ਕੁਦਰਤੀ ਚੀਜ਼ਾਂ ਜਿਹੜੀਆਂ ਵਾ ਉਹਨਾਂ ਦੇ ਰੂਬਰੂ ਜ਼ਰੂਰ ਕਰੋ। ਸੋ ਸਾਡੀ ਇਹ ਕੋਸ਼ਿਸ਼ ਜਿਹੜੀ ਆ ਲਗਾਤਾਰ ਜਾਰੀ ਰਹੇਗੀ। ਅਸੀਂ ਇੱਕ ਪਹਿਲ ਕੀਤੀ ਸੀ ਵੀ ਅਸੀਂ ਤੁਹਾਨੂੰ ਗੁਰਦਾਸਪੁਰ ਪਠਾਨਕੋਟ ਜ਼ਿਲ੍ਹਿਆਂ ਦੇ ਜਿੰਨੇ ਵੀ ਧਾਰਮਿਕ ਇਤਿਹਾਸਿਕ ਸਥਾਨ ਨੇ ਉਹਨਾਂ ਦੇ ਦਰਸ਼ਨ ਕਰਾਵਾਂਗੇ। ਸੋ ਅਸੀਂ ਇਸ ਕੋਸ਼ਿਸ਼ ਦੇ ਤਹਿਤ ਜਿਹੜਾ ਵਾ ਲਗਾਤਾਰ ਤੁਹਾਨੂੰ ਗੁਰਦਾਸਪੁਰ ਪਠਾਨਕੋਟ ਜ਼ਿਲ੍ਹਿਆਂ ਦੇ ਧਾਰਮਿਕ ਸਥਾਨਾਂ ਦੇ ਜਿਹੜੇ ਦਰਸ਼ਨ ਕਰਾ ਰਹੇ ਹਾਂ। ਸੋ ਅੱਜ ਤੁਹਾਨੂੰ ਲੈ ਕੇ ਆਏ ਸੀ ਅਸੀਂ ਦੀਨਾਨਗਰ ਦੇ ਝਾਖੋਲੜੀ ਪਿੰਡ ਵਿੱਚ ਆ ਬਨਖੰਡੀ ਨਾਥ ਧਾਮ। ਸੋ ਉਸ ਧਾਮ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਸੀ। ਬਾਬਾ ਜੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ। ਫਿਲਹਾਲ ਤੁਹਾਨੂੰ ਅਸੀਂ ਪਹਿਲਾਂ ਜੰਗਲ ਦੇ ਦਰਸ਼ਨ ਕਰਾਏ ਆ। ਇਸ ਤੋਂ ਬਾਅਦ ਬਾਬਾ ਜੀ ਦੀ ਸਮਾਧੀ ਦੇ ਦਰਸ਼ਨ ਕਰਾਵਾਂਗੇ। ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ। ਬਾਬਾ ਜੀ ਤੋਂ ਜੰਗਲ ਦਾ ਇਤਿਹਾਸ ਵੀ ਜਾਣਾਂਗੇ।
प्राचीन समाधि यही है। ਇਹਦਾ ਹੀ ਮਟੀਰੀਅਲ ਹੈ। ਇੱਥੇ ਮਤਲਬ ਜਿਹੜਾ ਚਟਪਟ ਬਣੀ ਦੇ ਜਿਸ ਜੰਗਲ ਦੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਸੀ, ਉਸ ਜੰਗਲ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਔਰ ਬਾਬਾ ਜੀ ਸਾਡੇ ਨਾਲ ਨੇ। ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਹਾਂ, ਕਿਉਂਕਿ ਜ਼ਿਆਦਾ ਜਾਣਕਾਰੀ ਸਾਨੂੰ ਇੱਥੋਂ ਦੇ ਜਿਹੜੇ ਮਹੰਤ ਨੇ, ਇੱਥੋਂ ਦੇ ਬਾਬਾ ਜੀ ਉਹੀ ਦੱਸ ਸਕਦੇ ਨੇ। ਬਾਬਾ ਜੀ, ਇਸ ਜਗ੍ਹਾ 'ਤੇ ਅਸੀਂ ਪਹੁੰਚੇ, ਇਸ ਸਮਾਧੀ ਬਾਰੇ ਥੋੜ੍ਹਾ ਚਾਨਣਾ ਪਾਓਗੇ ਔਰ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਵੀ ਦੱਸੋ ਇਸ जंगल बारे जी। श्री सिद्ध बाबा बनखंडी नाथ जी महाराज की जय। इस स्थान को बाबा बनखंडी धाम के नाम से जानते हैं और झटपट बनी इसलिए कहते हैं। बाबा बनखंडी नाथ जी इसको एक रात में लेकर के आए थे इस स्थान पर काया गवाल से। ये जो स्थान है ये काया गवाल के पिता थे धर्मराज खजूरिया जी, जिन्होंने 1374 में समाधि ली थी। और इस बात का इससे जो प्रमाण निकला था लेख, और ये जो ईंटें हैं ये भी इसका प्रमाण हैं, जिनमें उंगलियां छपी हुई हैं कि ये लगभग 700-800 साल पुरानी ईंटें हैं जी। इनको 2 पुत्रों का वरदान दिया था और जिनके नामकरण बाबा जी ने स्वयं रखे थे। क्यों? इन्होंने जब इनके संतान ने जन्म लिया तो भूमि में सो करके धूनी लगा करके बाबा बनखंडी नाथ जी का इन्होंने तप किया था 1.25 महीने तक कि बाबा जी जब तक आप दर्शन नहीं दोगे तब तक हम ऐसे तप करेंगे। तो 1.25 महीने बाद जब इनको बाबा जी के दर्शन हुए श्री बाबा बनखंडी नाथ जी महाराज जी के, तो आग्रह किया इन्होंने कि बाबा जी हमारे बच्चों का नामकरण करें। तो एक का बाबा जी ने काया रखा नाम और दूसरे का नाम गवाल रखा। तो साथ ही वरदान दिया था कि उनके नाम से उस जगह पर नगर बसेगा। तो वहाँ पर काया गवाल के नाम से नगर बसा और वहाँ का जो जंगल था वो एक रात में यहाँ पर आया। जो काया के लोग थे वो 1947 में तालपुर पंडोरी आकर के बस गए और जो गवाल के लोग थे वो रसूलपुर आकर के बस गए। अदर गाँव में भी जा कर के बसे हैं। तो ये लगभग 700 साल पुरानी समाधि है जी। और नानकशाही ईंट बाबा जी हाँ उस तो भी पुरानी ਇੱਟ ਹੈ ਜੀ। ਕਿਉਂਕਿ ਇਹਦੇ ਵਿੱਚ ਉਂਗਲੀਆਂ ਦੇ ਨਿਸ਼ਾਨ ਨੇ। ਇਹ ਟੋਟਲੀ ਹੱਥਾਂ ਨਾਲ ਬਣਾਈ ਗਈ ਇੱਟ ਹੈ ਤੇ ਇਹਦੇ ਵਿੱਚ ਕਿਸੇ ਵੀ ਸੱਚੇ ਦਾ ਕੋਈ ਨਿਸ਼ਾਨ ਨਹੀਂ ਮਿਲਦਾ। ਬਾਬਾ ਜੀ ਇੱਕ ਗੱਲ ਹੋਰ ਸੁਣਨ ਚ ਆਈ ਹੈ ਵੀ ਇਸ ਜੰਗਲ ਦੀ ਲੱਕੜੀ ਜਿਹੜੀ ਆ ਉਹ ਕੱਟ ਕੇ ਕੋਈ ਘਰ ਨਹੀਂ ਖੜ ਸਕਦਾ। ਜੇਕਰ ਖੜਦਾ ਤਾਂ ਕਹਿੰਦੇ ਕਿ ਉਹਦੀ ਮ੍ਰਿਤੂ ਹੋ ਸਕਦੀ ਜਾਂ ਕੋਈ ਹੋਰ ਦੁਰਘਟਨਾ ਜਿਹੜੀ ਵਾਪਰ ਸਕਦੀ ਹੈ। ਬਾਬਾ ਜੀ ਨੇ ਸ਼ਰਾਪ ਦਿੱਤਾ ਸੀ ਕਿ ਇਸ ਜਗ੍ਹਾ ਦੀ ਲੱਕੜੀ ਦਾ ਇਸਤੇਮਾਲ ਕੇਵਲ ਧੂਣੇ ਵਾਸਤੇ ਜਾਂ ਦਾਹ ਸੰਸਕਾਰ ਵਾਸਤੇ ਹੋ ਸਕਦਾ ਹੈ। ਉਸ ਤੋਂ ਇਲਾਵਾ ਕੋਈ ਕੋਸ਼ਿਸ਼ ਕਰਦਾ ਹੈ ਤੇ ਉਹਨੂੰ ਉਹਦੇ ਬੁਰੇ परिणाम ਭੁਗਤਣੇ ਪੈਂਦੇ ਨੇ। ਬਾਕੀ ਅਣਜਾਣੇ ਦੇ ਵਿੱਚ ਕੋਈ ਗਲਤੀ ਹੋ ਜਾਏ ਤੇ ਮਾਫ ਵੀ ਕਰ ਦਿੰਦੇ ਨੇ। ਜੇ ਕੋਈ ਜਾਣਬੁੱਝ ਕੇ ਕਰਦਾ ਹੈ ਤੇ ਉਹਨੂੰ ਵੱਡੀ ਸਜ਼ਾ ਮਿਲਦੀ ਹੈ। ਔਰ ਕਈ ਹਾਂਜੀ ਕਈ ਘਟਨਾਵਾਂ ਬਾਬਾ ਜੀ ਕਹਿੰਦੇ ਵਾਪਰੀਆਂ ਵੀ ਹੈਗੀਆਂ ਜੀ। ਹਾਂਜੀ ਇੱਥੇ ਕਈ ਘਟਨਾਵਾਂ ਵਾਪਰੀਆਂ ਨੇ। ਜਿਸ ਤਰ੍ਹਾਂ ਇੱਕ ਆਪਣੇ ਇਸੇ ਪਿੰਡ ਦੇ ਹੀ ਉਹਨਾਂ ਨੇ ਸਤੀਰ ਬਣਾ ਕੇ ਲਾਇਆ ਸੀ ਤੇ ਕੋਠੇ ਦੇ ਉੱਪਰ ਹੀ ਸਤੀਰ ਹਰਾ ਹੋ ਗਿਆ ਸੀ। ਉਸ ਤੋਂ ਇਲਾਵਾ ਇੱਥੇ ਜੰਗਲ ਦੇ ਬੂਟੇ ਵੱਢਣ ਦੇ ਕਾਰਨ ਡੈਥ ਵੀ ਹੋਈ ਹੈ। ਉਸ ਤੋਂ ਇਲਾਵਾ ਵੀ ਕਈ ਘਟਨਾਵਾਂ ਹੋਈਆਂ ਨੇ ਇਸ ਤਰ੍ਹਾਂ ਦੀ। ਇਸ ਕਰਕੇ ਕੋਈ ਵੀ ਇਸ ਜੰਗਲ ਦੀ ਲੱਕੜੀ ਨੂੰ ਆਪਣੇ ਘਰ ਨਹੀਂ ਖੜਦਾ ਤੇ ਪੂਜਨੀਏ ਸਮਝ ਕੇ ਇੱਥੇ ਮਤਲਬ ਮੱਥਾ ਟੇਕਦੇ ਨੇ। ਤੇ ਇਸ ਲੱਕੜ ਦੀ ਜਿਹੜੀ ਬਬੂਤ ਹੁੰਦੀ ਹੈ ਉਹ ਵੱਡੇ ਤੋਂ ਵੱਡੇ ਰੋਗਾਂ ਨੂੰ ਖਤਮ ਕਰ ਦਿੰਦੀ ਹੈ। ਇਸ ਕਰਕੇ ਇੱਥੇ ਜਿਹੜਾ ਧੂਣਾ ਹੈ ਬਾਬਾ ਬਨਖੰਡੀ ਜੀ ਦਾ, ਉਸ ਧੂਣੇ ਦੀ ਬਬੂਤ ਲੈ ਕੇ ਲੋਕੀ ਪ੍ਰਸਾਦ ਲੈ ਕੇ ਜਾਂਦੇ ਨੇ ਉਹਦਾ ਤੇ ਆਪਣੇ ਦੁੱਖ ਦੂਰ ਕਰਦੇ ਹਨ। ਇਹ ਬਾਬਾ ਜੀ ਧੂਣੇ ਵਿੱਚ ਲੱਕੜੀ ਜਿਹੜੀ ਇਸਤੇਮਾਲ ਕੀਤੀ ਜਾਂਦੀ ਹੈ, ਇਸ ਤੋਂ ਇਲਾਵਾ ਵੀ ਕਿਤੇ ਵਰਤੀ ਜਾਂਦੀ ਹੈ? ਇਸ ਤੋਂ ਇਲਾਵਾ ਮੰਦਿਰ ਦੇ ਵਿੱਚ ਜਿਹੜਾ ਲੰਗਰ ਹੁੰਦਾ ਹੈ ਉਹਦੇ ਵਿੱਚ ਇਹਦੀ ਲੱਕੜੀ ਦਾ ਵਰਤੋਂ ਹੁੰਦਾ ਹੈ ਜਾਂ ਫਿਰ ਦਾਹ ਸੰਸਕਾਰ ਦੇ ਵਿੱਚ। ਇਸ ਤੋਂ ਇਲਾਵਾ ਕੋਈ ਵੀ ਵਰਤੋਂ ਨਹੀਂ ਹੁੰਦਾ ਧੂਣੇ ਤੋਂ ਇਲਾਵਾ। ਸੰਸਕਾਰ ਬਾਬਾ ਜਿਸ ਤਰ੍ਹਾਂ ਇਲਾਕੇ ਦੇ ਲੋਕ ਕਰ ਸਕਦੇ ਲੱਕੜੀ ਲੈ ਕੇ ਜਾਂ? ਆਹੋ ਇਸੇ ਪਿੰਡ ਦੇ ਲੋਕੀ ਕਰ ਸਕਦੇ ਨੇ, ਬਾਕੀ ਬਾਹਰ ਦੇ ਨਹੀਂ ਕਰ ਸਕਦੇ। ਇਸੇ ਪਿੰਡ ਵਾਸਤੇ ਹੈ। ਇਸ ਪਿੰਡ ਵਾਸਤੇ? ਹਾਂਜੀ ਹਾਂਜੀ। ਬਾਬਾ ਜੀ ਕਿੰਨੀ ਕਿ ਦੀ ਰੇਂਜ ਹੋਗੀ, ਕਿੰਨੀ ਦੂਰੀ ਹੈਗੀ ਜੰਗਲ ਦੀ? ਜਿਹੜਾ ਜੰਗਲ ਲਗਭਗ 400 ਕਨਾਲ ਦਾ ਹੈ, ਜਿਹਦੇ ਵਿੱਚ ਮੰਦਿਰ ਦੀ ਜ਼ਮੀਨ ਉਸ ਜਿੰਨੀ ਵੀ ਜ਼ਮੀਨ ਹੈ ਟੋਟਲ 400 ਕਨਾਲ ਹੈ। ਬਾਬਾ ਇੱਕ ਗੱਲ ਮੈਨੂੰ ਹੋਰ ਸੁਣ ਚਾਹੀ ਹੈ ਵੀ ਇਸ ਜੰਗਲ ਦੀ ਅੱਜ ਤੱਕ ਕੋਈ ਮਿਹਨਤੀ ਨਹੀਂ ਕਰ ਪਾਇਆ ਜੀ। ਕਹਿੰਦੇ ਜੇ ਇੱਕ ਸਾਈਡ ਤੋਂ ਕਰਦੇ ਤਾਂ ਘੱਟ ਜਾਂਦੀ ਵੱਧ ਜਾਂਦੀ, ਇੱਦਾਂ ਦੀ ਹੈ ਗੱਲ ਕੋਈ? ਇਸ ਤਰ੍ਹਾਂ ਦੀ ਗੱਲ ਹੈ, ਲੇਕਿਨ ਕਾਗਜ਼ਾਂ ਦੇ ਵਿੱਚ ਜੰਗਲ ਦਾ ਜਿਹੜਾ ਏਰੀਆ ਹੈ ਉਹ 320 ਕਨਾਲ ਹੈ। ਬਾਕੀ ਮੰਦਿਰ ਦਾ ਜਾਂ ਹੋਰ ਵੀ ਇਹ ਜਿਹੜੀ ਨਾਲ ਜਗ੍ਹਾ ਹੈ ਮੜੀਆਂ ਮੁੜੀਆਂ ਇਹ ਵੀ ਮੰਦਿਰ ਦੇ ਨਾਂ ਤੇ ਹੀ ਬਜਦੀਆਂ ਨੇ। ਹਾਂਜੀ ਹਿਸਟੋਰੀਕਲ ਜਗ੍ਹਾ ਹੈ ਇਹ, ਗੌਰਮੈਂਟ ਦੇ ਥਰੂ ਪੰਚਾਇਤ ਦੇ ਅੰਡਰ ਦੇ ਵਿੱਚ ਵੀ ਆਉਂਦੀ ਹੈ ਔਰ ਬਾਬਾ ਜੀ ਦੇ ਨਾਂ ਇਹ ਸਾਰੀ ਜਗ੍ਹਾ ਹੈ, ਬਾਬਾ ਬਨਖੰਡੀ ਨਾਥ ਜੀ ਦੇ ਨਾਂ। ਜੀ ਜੀ।
ਦੇਖੋ ਬਾਬਾ ਬਨਖੰਡੀ ਨਾਥ ਜੀ ਦੇ ਨਾਮ ਤੇ ਜਗ੍ਹਾ ਵਾ। ਸੋ ਜੰਗਲ ਦੀ ਜਿਹੜੀ ਅਸੀਂ ਤੁਹਾਨੂੰ ਜੰਗਲ ਦੇ ਬਾਰੇ ਰੂਬਰੂ ਕਰ ਰਹੇ ਸੀ ਕਿ ਜੰਗਲ ਦੀ ਕਹਾਣੀ ਕੀ ਅਸਲ ਵਿੱਚ। ਸੋ ਬਾਬਾ ਜੀ ਨੇ ਵਿਸਥਾਰਪੂਰਵਕ ਦੱਸੀ ਆ। ਸੋ ਇੱਥੋਂ ਦੇ ਜਿਹੜੇ ਲੋਕਲ ਵਸਨੀਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਭਾਜੀ ਇਸ ਜੰਗਲ ਦਾ ਕਹਿੰਦੇ ਬਹੁਤ ਜ਼ਿਆਦਾ ਮਹੱਤਵ ਆ ਔਰ ਇਸ ਜੰਗਲ ਦੀ ਕਹਿੰਦੇ ਲੱਕੜੀ ਜੇਕਰ ਕੋਈ ਕੱਟ ਕੇ ਘਰ ਖੜਦਾ ਤਾਂ ਉਹਦੀ ਮ੍ਰਿਤੂ ਹੋ ਜਾਂਦੀ ਹੈ, ਕੀ ਸੱਚਾਈ ਹੈ? ਹਾਂਜੀ, ਇਹ ਤੇ ਬਹੁਤ ਪੁਰਾਣੀ ਜੰਗਲ ਆ। ਇਹ ਸਵੈਂ ਪ੍ਰਗਟ ਹੋਇਆ ਹੈ ਜੀ। ਇਹ ਜੋ ਮਹਾਰਾਜ ਥੇ ਬਾਬਾ ਬਲਖੰਡੀ ਨਾਥ ਦੇ ਨਾਂ ਤੇ ਬਨਖੰਡੀ ਨਾਥ ਇਹਦਾ ਨਾਂ ਆ। ਅਗਰ ਇਹ ਲੱਕੜੀ ਕੋਈ ਕੱਟ ਕੇ ਲੈ ਜਾਂਦਾ ਘਰ ਤੇ ਉਹ ਸਵੈਂ ਜਾਂ ਇੱਥੇ ਆ ਕੇ ਫਾਹ ਲੈ ਜਾਂਦਾ ਜਾਂ ਘਰ ਆ ਕੇ ਮ੍ਰਿਤੂ ਹੋ ਜਾਂਦੀ ਆ ਉਹਦੀ, ਤੇ ਜਾਂ ਫਿਰ ਉਹ ਫਾਹ ਲੈ ਜਾਂਦਾ ਜਾਂ ਕਿਸੇ ਵੀ ਤਰ੍ਹਾਂ ਉਸकी ਮ੍ਰਿਤੂ ਹੋ ਜਾਂਦੀ ਆ। ਤੇ ਇਹ ਕਾਫੀ ਪੁਰਾਣਾ ਬਣ ਹੈ। ਇਹ ਸਾਡੇ ਤੋਂ ਸਾਡੀ ਹੋਸ਼ ਤੋਂ ਆਉਣ ਤੋਂ ਪਹਿਲੇ ਦੀ ਕਹਾਣੀ ਐਸੇ ਇਦਾਂ ਦੀ ਹੈ ਕਿ ਇਹ ਇੱਥੇ ਪਹਿਲੇ ਖੇਤ ਹੁੰਦੇ ਸੀ ਕਿਸੇ ਦੇ, ਤੇ ਕੋਈ ਮਹਾਰਾਜ ਆਏ ਸੀ ਇੱਥੇ, ਉਹਨਾਂ ਨੇ ਜਗ੍ਹਾ ਮੰਗੀ ਸੀ ਉਹਨਾਂ ਕੋਲ, ਥੋੜ੍ਹੀ ਜਿਹੀ ਜਗ੍ਹਾ ਮੰਗੀ ਸੀ ਕਿ ਮੈਂ ਇੱਥੇ ਮੰਦਿਰ ਬਣਾ ਤੇ ਮੈਨੂੰ ਮੰਦਿਰ ਦੀ ਲਈ ਜਗ੍ਹਾ ਚਾਹੀਦੀ ਥੋੜ੍ਹੀ ਜਿਹੀ। ਕਹਿੰਦੇ ਭਗਤੀ ਕਰ ਰਹੇ ਸੀ। ਹਾਂਜੀ, ਉਹ ਭਗਤੀ ਕਰ ਰਹੇ, ਲੇਕਿਨ ਇਹਨਾਂ ਨੇ ਪਿੰਡ ਵਾਲਿਆਂ ਨੇ ਮਨਾ ਕਰਤਾ ਕਿ ਤੁਹਾਨੂੰ ਜਗ੍ਹਾ ਨਹੀਂ ਮਿਲੇਗੀ। ਜਗ੍ਹਾ ਲਈ ਮਨਾ ਕਰਤਾ ਤੇ ਫਿਰ ਰਾਤੋਂ ਰਾਤ ਇਹ ਬਣੀ ਆ ਗਈ, ਜੰਗਲ ਬਣ ਗਿਆ। ਜੰਗਲ ਬਣ ਗਿਆ ਆ ਕੇ। ਇਹ ਸ਼ਰਾਪ ਕਹਿੰਦੇ ਦਿੱਤਾ ਸੀ ਤੇ ਜੀ ਬਾਬਾ ਜੀ ਨੇ। ਇਹ ਬਾਬਾ ਜੀ ਨੇ ਸ਼ਰਾਪ ਦਿੱਤਾ ਇਹਨਾਂ ਨੂੰ, ਜਿਹੜੇ ਤੰਗ ਕਰਦੇ ਸੀ। ਹਾਂਜੀ, ਜਿਹੜੇ ਤੰਗ ਕਰਦੇ ਸੀ। ਉਹ ਰਹਿੰਦੇ ਸੀ ਇੱਥੇ, ਇਹਨਾਂ ਨੇ ਕੁੱਟੀਆਂ ਬਣਾਈ ਸੀ ਬਾਬੇ ਉਹਨਾਂ ਨੇ, ਤੇ ਛੋਟੀ ਜਿਹੀ ਕੁੱਟੀਆਂ ਬਣਾਈ ਸੀ ਪਹਿਲੇ। ਠੀਕ ਹੈ ਜੀ। ਤੇ ਉਹਨਾਂ ਨੇ ਮਨਾ ਕਰਤਾ, ਇਹਨਾਂ ਨੇ ਜਗ੍ਹਾ ਦੇਣ ਲਈ ਮਨਾ ਕਰਤਾ ਇਹਨਾਂ ਨੂੰ, ਤੇ ਫਿਰ ਉਹਨਾਂ ਨੇ ਸ਼ਰਾਪ ਦੇ ਦਿੱਤਾ ਇਹਨਾਂ ਨੂੰ। ਕਸ਼ਟ ਫਿਰ ਚੱਲਣਾ ਪਿਆ ਇਹਨਾਂ ਨੂੰ। ਫਿਰ ਇਹਨਾਂ ਨੂੰ ਪੂਰੇ ਪਿੰਡ ਨੂੰ ਨਜ਼ਦੀਕ ਜਿਤਨੇ ਵੀ ਇਹ ਸਾਰਿਆਂ ਨੂੰ ਕਸ਼ਟ ਝੱਲਣਾ ਪਿਆ। ਫਿਰ ਇਹ ਸਵੈਂ ਪ੍ਰਗਟ ਹੋਈ, ਰਾਤੋਂ ਰਾਤ ਬਣੀ, ਕਿੱਥੋਂ ਆਈ ਪਤਾ ਨਹੀਂ ਚੱਲਿਆ ਕਿਸੇ ਨੂੰ। ਨਹੀਂ ਪਤਾ ਚੱਲਿਆ। ਹਾਂਜੀ, ਬਾਬਾ ਜੀ ਦੀ ਕਹਿੰਦੇ ਕਿਰਪਾ ਇੱਥੇ ਅਪਾਰ ਬਣੀ ਰਹਿੰਦੀ ਸੰਗਤਾਂ ਦੇ ਜੀ। ਹਾਂਜੀ ਹਾਂਜੀ, ਇਹ ਕਿਰਪਾ ਤੇ ਕਾਫੀ। ਮੈਂ ਤੇ ਚਲੋ ਇਹ ਚੜੋਲੀ ਪਿੰਡ ਆ, ਬੇੜੀ ਪਿੰਡ ਆ, ਅਸੀਂ ਤੇ ਚੌਂਤੇ ਤੋਂ ਆਉਂਦੇ ਆ ਇੱਥੇ। ਇਹ ਕਾਫੀ ਮਸ਼ਹੂਰ ਜਗ੍ਹਾ ਹੈ। ਨਜ਼ਦੀਕ ਜਿੰਨੇ ਵੀ ਪਿੰਡ ਆ ਸਾਡੇ, ਜੰਡੀ, ਬਿਆਨਪੁਰ, ਪਚੋਵਾਲ, ਰਸੂਲਪੁਰ, ਸਾਰੇ ਪਿੰਡ ਦੇ ਆਉਂਦੇ ਆ ਇੱਥੇ। ਦੇਖੋ ਬਾਬਾ ਜੀ ਦੀ ਕਿਰਪਾ ਜਿਹੜੀ ਹੈ ਜੀ ਸ਼ਰਧਾਲੂਆਂ ਤੇ ਬਣੀ ਰਹਿੰਦੀ ਹੈ। ਸੋ ਇਹ ਲੋਕਲ ਜਿਹੜੇ ਲੋਕ ਨੇ ਜੀ ਉਹ ਦੱਸ ਰਹੇ ਨੇ ਇਸ ਦਾ ਮਹੱਤਵ ਜਿਹੜਾ ਵਾ, ਜੰਗਲ ਦਾ ਇਤਿਹਾਸ ਜਿਹੜਾ ਵਾ, ਸ਼ਰਧਾਲੂਆਂ ਤੇ ਜਿਹੜੀ ਬਾਬਾ ਜੀ ਦੀ ਕਿਰਪਾ ਸਦਾ ਬਣੀ ਰਹਿੰਦੀ ਹੈ ਜੀ। ਕਿੱਦਾਂ ਦਾ ਮਹਿਸੂਸ ਹੋਇਆ ਇਸ ਜੰਗਲ ਜਾ ਕੇ ਜੀ? ਆਹ ਜੰਗਲ ਦੇ ਆਣ ਕੇ ਬਹੁਤ ਵਧੀਆ ਲੱਗਾ ਵਾ, ਸ਼ਾਂਤੀ ਮਿਲੀ ਹੈ ਦਿਲ ਨੂੰ, ਮਨ ਨੂੰ ਸ਼ਾਂਤੀ ਮਿਲੀ ਆ। ਔਰ ਆਹ ਜੰਗਲ 'ਚ ਜਦੋਂ ਆਏ ਆਪਾਂ, ਬਹੁਤ ਘਣਾ ਸੰਘਣਾ ਜੰਗਲ ਆ, ਜਿਹਦੇ ਕਰਕੇ ਸਾਨੂੰ ਲੰਘਣਾ ਬੜਾ ਮੁਸ਼ਕਲ ਹੋਇਆ। ਬਾਅਦ 'ਚ ਜੈ ਬਾਬੇ ਦਾ ਨਾਮ ਲਿਆ, ਸਾਰਾ ਜੰਗਲ ਪਾਰ ਕੀਤਾ ਔਰ ਵਧੀਆ ਲੱਗਾ ਜੰਗਲ 'ਚ। ਸੋ ਅਸੀਂ ਹੁਣ ਤੁਹਾਨੂੰ ਬਾਬਾ ਜੀ ਦਾ ਧੂਣਾ ਦਿਖਾਉਂਦੇ ਹਾਂ। ਬਾਬਾ ਜੀ ਦਾ ਪਵਿੱਤਰ ਧੂਣਾ ਜਿਹੜਾ ਵਾ ਜੀ ਉਹ ਇੱਥੇ ਸਥਾਪਿਤ ਆ। ਧੂਣੇ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ। ਇਹ ਅਖੰਡ ਧੂਣਾ ਵਾ ਜੀ, ਜਿਹੜਾ 24 ਘੰਟੇ ਜਿਹੜਾ ਚੱਲਦਾ ਰਹਿੰਦਾ ਵਾ ਜੀ। ਇਹ ਜਿਹੜਾ ਧੂਣਾ ਬਾਬਾ ਜੀ ਦਾ, ਇਸ ਧੂਣੇ ਦੀ ਵਿਭੂਤ ਜਿਹੜੀ ਆ ਲੋਕ ਆਪਣੇ ਘਰਾਂ 'ਚ ਲੈ ਕੇ ਜਾਂਦੇ ਆ, ਪ੍ਰਸ਼ਾਦ ਦੇ ਤੌਰ ਤੇ ਵਿਭੂਤ ਦਿੱਤੀ ਜਾਂਦੀ ਆ। ਔਰ ਇਹ ਲੱਕੜੀ ਜਿਹੜੀ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ, ਇਹ ਜੰਗਲ ਦੀ ਲੱਕੜੀ ਆ। ਜੰਗਲ ਦੀ ਲੱਕੜੀ ਜਿਹੜੀ ਆ ਇਹ ਬਾਬਾ ਜੀ ਦੇ ਧੂਣੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ। ਸਿਰਫ ਤਾਂ ਸਿਰਫ ਇਸ ਜੰਗਲ ਦੀ ਲੱਕੜੀ ਜਿਹੜੀ ਹੈ ਬਾਬਾ ਜੀ ਦੇ ਧੂਣੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ, ਜਾਂ ਕਿਸੇ ਦਾ ਸੰਸਕਾਰ ਜਿਹੜਾ ਹੁੰਦਾ ਵਾ ਇਸ ਇਲਾਕੇ ਦੇ ਲੋਕਾਂ ਦਾ ਜਿਹੜਾ ਸੰਸਕਾਰ ਹੁੰਦਾ ਵਾ, ਕਿਸੇ ਦੀ ਡੈਥ ਹੋ ਜਾਂਦੀ ਆ ਤਾਂ ਉਹਦੇ ਸੰਸਕਾਰ 'ਚ ਇਸਤੇਮਾਲ ਕੀਤੀ ਜਾਂਦੀ ਆ। ਸੋ ਇਹ ਬਾਬਾ ਜੀ ਦਾ ਧੂਣਾ ਤੁਹਾਨੂੰ ਦਰਸ਼ਨ ਕਰਾ ਰਹੇ ਸੀ। ਇਹ ਪਵਿੱਤਰ ਧੂਣਾ ਜਿਹੜਾ ਵਾ ਸਦਾ ਚੱਲਦਾ ਰਹਿੰਦਾ ਵਾ ਜੀ। ਬਾਬਾ ਜੀ ਦੇ ਦਰਸ਼ਨ ਕਰਾ ਰਹੇ ਆ ਔਰ ਇਹ ਧੂਣਾ ਬਾਬਾ ਜੀ ਦਾ। ਸੋ ਸਾਡੀ ਇੱਕ ਕੋਸ਼ਿਸ਼ ਹੁੰਦੀ ਆ ਕਿ ਅਸੀਂ ਤੁਹਾਨੂੰ ਆਪਣੇ ਇਲਾਕੇ ਦੇ ਗੁਰਦਾਸਪੁਰ, ਪਠਾਨਕੋਟ ਜ਼ਿਲ੍ਹਿਆਂ ਦੇ ਜਿੰਨੇ ਵੀ ਧਾਰਮਿਕ ਸਥਾਨ ਆ ਜੀ ਉਹਨਾਂ ਦੇ ਰੂਬਰੂ ਕਰਾਈਏ, ਉਹਨਾਂ ਦੇ ਦਰਸ਼ਨ ਕਰਾਈਏ। ਸੋ ਇਸ ਕੋਸ਼ਿਸ਼ ਨੂੰ ਅਸੀਂ ਲਗਾਤਾਰ ਜਾਰੀ ਰੱਖਿਆ ਵਾ। ਸੋ ਅੱਜ ਤੁਹਾਨੂੰ ਇਸ ਧਾਰਮਿਕ ਸਥਾਨ 'ਤੇ ਦਰਸ਼ਨ ਕਰਾਏ ਆ। ਮਹਾਵੀਰ ਬਜਰੰਗ ਬਲੀ ਦੀ ਪਵਨ ਪੁੱਤਰ ਹਨੂੰਮਾਨ ਜੀ ਦੀ ਮੂਰਤੀ ਹੈ ਜੀ। ਇਹ ਬਹੁਤ ਹੀ ਪੁਰਾਣੀ ਔਰ ਇਤਿਹਾਸਕ ਮੂਰਤੀ ਹੈ ਜਿਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ। ਸੋ ਇਹ ਕੋਸ਼ਿਸ਼ ਜਿਹੜੀ ਸਾਡੀ ਹੈ ਜੀ, ਜਿਹੜੀ ਇਹ ਕੋਸ਼ਿਸ਼ ਕੀਤੀ ਹੈ, ਕੋਸ਼ਿਸ਼ ਸਾਡੀ ਲਗਾਤਾਰ ਜਾਰੀ ਰਹੇਗੀ, ਅਗਾਂਹ ਵੀ ਇੱਦਾਂ ਹੀ ਚੱਲਦੀ ਰਹੇਗੀ। ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।